ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਫਤਿਹ ਪ੍ਰਵਾਨ ਕਰੋ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਆਪਾਂ ਅੱਜ ਕੁਝ ਪੁਆਇੰਟ ਐਸੇ हैं ਜਿਨ੍ਹਾਂ ਤੋਂ ਆਪਾਂ ਨੇ ਸਾਰਿਆਂ ਨੇ ਹੀ ਗੁਰਬਾਣੀ ਗੁਰੂ ਨੂੰ ਮੁੱਖ ਰੱਖਦੇ ਹੋਇਆ ਵਿਚਾਰ ਕਰਨੀ ਆ। ਗੁਰਮੁਖੋ, ਆਪਾਂ ਨੂੰ ਇੱਕ ਆਪਾਂ ਹੁਣ ਚੱਲਣਾ ਸਾਨੂੰ ਸਾਰਿਆਂ ਨੇ ਹੀ ਇਸ ਰਾਹ ਤੋਂ ਸਟਾਰਟ ਕਰਾ ਹੈ ਤੇ ਸਾਨੂੰ ਸੁਖਮ ਗਿਆਨ ਇਤਨੀ ਛੇਤੀ ਤੇ ਆਪ ਦੇ ਅੰਦਰ ਬਸਦਾ ਨਹੀਂ। ਇਸ ਕਰਕੇ ਉਹਨੂੰ ਬੜੇ ਹੀ ਸਹਿਜਤਾ ਦੇ ਸਾਥ ਔਰ ਬਹੁਤ ਹੀ ਬਰੀਕੀ ਦੇ ਨਾਲ ਸਮਝਣੇ ਦੀ ਸਾਡੀ ਮਤਲਬ ਕੋਸ਼ਿਸ਼ ਕਰਨੀ ਹੈ ਸਾਨੂੰ। ਇੱਕ ਪੁਆਇੰਟ ਇਹ ਹੈ ਕਿ ਜਦ ਆਪਾਂ ਸੋਚਦੇ ਹਾਂ ਕਿ ਸਾਡੇ ਕੰਨਾਂ ਦੇ ਵਿੱਚ ਨਾਮ ਉਹ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਮੁਖ ਦੀ ਆਵਾਜ਼ ਸਾਨੂੰ ਸੁਣਾਈ ਦਿੰਦੀ ਹੈ ਤੇ ਉਸ ਆਵਾਜ਼ ਦੇ ਸਾਥ ਸਾਥ ਸਾਨੂੰ ਧਿਆਨ ਕਿੱਥੇ ਲਾਣਾ ਹੈ ਉਹ ਸਾਨੂੰ ਥੋੜਾ ਕਨਫਿਊਜ਼ਨ ਹੋ ਜਾਂਦਾ ਕਿਉਂਕਿ ਆਪਾਂ ਦਾ ਇੱਕ ਪ੍ਰੋਬਲਮ ਯਾ ਹੋ ਜਾਂਦੀ ਹੈ ਕਿ ਇੱਕ ਸਮੇਂ ਦੇ ਵਿੱਚ ਜੋ ਸਾਡਾ ਮਨ ਹੈ ਜੋ ਸੁਰਤ ਰੂਪ ਹੁੰਦਾ ਹੈ तो वो एक समय ਦੇ ਵਿੱਚ ਇੱਕ ਹੀ ਜਗ੍ਹਾ ਤੋਂ ਰਹਿ ਸਕਦਾ ਹੈ ਜਾਂ ਤਾਂ ਫਿਰ ਕੰਨਾਂ ਦੇ ਵਿੱਚ ਆਵਾਜ਼ ਨੂੰ ਹੀ ਸੁਣੂਗਾ ਜਾਂ ਫਿਰ ਸੁਣ ਦੇ ਵਿੱਚ ਹੀ ਆਸਨ ਲਾਊਗਾ ਜਾਂ ਸਾਨੂੰ ਪ੍ਰੋਬਲਮ ਹੁੰਦੀ ਹੈ ਤੇ ਆਪਾਂ ਨੂੰ ਬਹੁਤ ਹੀ ਸਹਿਜਤਾ ਦੇ ਸਾਥ ਵਿਚਾਰ ਨੂੰ ਖੋਲेंगे। ਵਾਹਿਗੁਰੂ ਜਿਵੇਂ ਸਾਨੂੰ ਸਮਝਾਇਆ ਗਿਆ ਹੈ ਗੁਰਬਾਣੀ ਗੁਰੂ ਸਾਨੂੰ ਸਮਝਾਣਾ ਕਰਦੇ हैं जो ब्रह्मंडे सोई पिंडे जो खोजे सो पावे। जो ब्रह्मांड ਦੇ ਅੰਦਰ ਬਾਹਰ ਸਾਰਾ ਕੁਝ ਹੈ ਉਹ ਸਾਡੇ ਆਪ ਦੇ ਅੰਦਰ ਸੁਣਨ ਦੇ ਵਿੱਚ ਵੀ ਹਾਜ਼ਰ ਹੈ। ਮਾਲਿਕ ਸੁਣਨ ਦੇ ਵਿੱਚ ਬਾਹਰ ਵੀ ਬੈਠਾ ਹੈ ਜੋ ਸਾਡੇ ਅੰਦਰ ਸੁਣ ਹੈ ਉਹਦੇ ਵਿੱਚ ਵੀ ਹੈ ਤੇ ਨਾਮ ਸਾਡੇ ਆਪ ਦੇ ਅੰਦਰ ਵੀ ਚੱਲ ਰਿਹਾ ਹੈ ਔਰ ਨਾਮ ਬਾਹਰ भी चल रहा है। सिर्फ दूरी की है सिर्फ और सिर्फ साड़ी अपनी बॉडी दी। ठीक है जी। ਤੇ ਜਿਵੇਂ ਅਸੀਂ ਆਪਣੇ ਸਰੀਰ ਦੇ ਅੰਦਰ ਰਹਿੰਦੇ ਹੋਇਆ ਜਿਵੇਂ ਸਾਨੂੰ ਕੰਨਾਂ ਦੇ ਵਿੱਚ ਉਹ ਨਾਮ ਸੁਣਾਈ ਦਿੰਦਾ ਹੈ ਕਿਸੇ ਨੂੰ ਖੱਬੇ ਕੰਨ ਤੋਂ ਆਵਾਜ਼ ਆਉਂਦੀ ਹੈ ਕਿਸੇ ਨੂੰ ਸੱਜੇ ਤੇ ਕਿਸੇ ਨੂੰ ਕਿਉਂਕਿ ਜੋ ਆਪਾਂ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਲਗਭਗ ਸਾਰੇ ਹੀ ਗੁਰਮੁਖਾਂ ਨੇ ਕਰੇ ਹੋਣਗੇ ਉਹਦੇ 4 ਦੁਆਰ ਹੈ ਤੇ ਸਾਡੇ ਜੋ ਹੈ 2 ਕੰਨ ਹੋ ਗਏ 2 ਸਾਈਡਾਂ ਤੇ ਇਹਨਾਂ ਤੇ ਵੀ ਆਵਾਜ਼ ਆਉਂਦੀ ਹੈ ਇੱਕ ਸਾਡੇ ਮੱਥੇ ਦੇ ਵੱਲ ਅਗਲੀ ਵਾਲੀ ਜੋ ਸੁਣਨੇ ਦੀ ਜਗ੍ਹਾ ਹੈ ਅੱਥੇ ਤੇ ਵੀ ਨਾਮ ਆਪਾਂ ਸੁਣ ਸਕਦੇ ਹਾਂ। वो जब आप नाम की सेवा करी जाएंगे तो वो नाम चारों तरह ते जिमें अंदर शब्द चलते रहने ना सचखंड ਦੇ ਵਿੱਚ ਆਪਾਂ ਸੁਣਦੇ ਹਾਂ ਕੀਰਤਨ ਚੱਲਦਾ ਰਹਿੰਦਾ ਸ਼ਬਦ ਸੁਣਦੇ ਰਹਿੰਦੇ तो चारों दरवाजा ते आवाज बाहर जाती रहती है और बाहर भी दर ते भी वो शब्द चलते रहते हैं। इसी तरीके ते जो ਆਪਾਂ पिछला है इंगला पिंगला और सुखमना नाड़ी ਦੇ ਰਾਹੀ जो ਆਪਾਂ ਕਹਿੰਦੇ ਦੋਵਾਂ ਸਿਰਿਆ का आप स्वामी खेले विगसे अंतरजामी तो जो वो पिछला सिरा है अपने सिर दे बल दा पिछला वाला उथे भी वो ਆਪਾਂ ਨਾਮ ਨੂੰ ਸੁਣ ਸਕਦੇ ਹਾਂ। ਆਪਾਂ ਖੱਬੀ ਸਾਈਡ ਤੋਂ ਵੀ ਕੰਨ ਤੋਂ ਵੀ ਸੁਣ ਸਕਦੇ ਹਾਂ ਸੱਜੀ ਸਾਈਡ ਤੋਂ ਵੀ ਸੁਣ ਸਕਦੇ ਹਾਂ ਔਰ ਆਪਾਂ ਜਿੱਥੇ ਕਿ ਸਾਨੂੰ ਸੁਣ ਦੇ ਵਿੱਚ ਆਸਨ ਲਾਇਆ ਜਾਂਦਾ ਹੈ ਉੱਥੇ ਵੀ ਆਪਾਂ ਨਾਮ ਨੂੰ ਸੁਣ ਸਕਦੇ ਹਾਂ। ਹੁਣੇ ਆਪਾਂ ਨੂੰ ਆ ਦੇਖਣਾ ਹੈ ਕਿ ਸਾਡੀ ਕੌਣ ਸੀ ਮਾਲਿਕ ਦੇ ਰਾਹੀ ਅਵਸਥਾ ਦੀ ਹੋਈ ਹੈ ਕਿ ਅਸੀਂ ਆਪਣੀ ਬੋਡੀ ਦੇ ਵਿੱਚ ਬਹਿ ਕੇ ਨਾਮ ਸੁਣਦੇ ਹਾਂ ਜਾਂ ਬੋਡੀ ਤੋਂ ਵੱਖ ਹੋ ਕੇ ਵੀ ਆਪਾਂ ਨਾਮ ਸੁਣ ਸਕਦੇ ਹਾਂ। ਜੇ ਸਾਨੂੰ ਆਪਣੀ ਬੋਡੀ ਦੇ ਵਿੱਚ ਨਾਮ ਸੁਣਾਈ ਦਿੰਦਾ ਹੈ ਤੇ ਸਾਨੇ ਕੇਵਲ ਔਰ ਕੇਵਲ ਉਸ ਨਾਮ ਦੇ ਵਿੱਚ ਧਿਆਨ ਰੱਖਦੇ ਹੋਇਆ ਹੁਣ ਇਹਨੂੰ ਹੋਰ ਖੋਲੋ ਕਿ ਵੀ ਜਿਵੇਂ ਸਾਨੂੰ ਗੁਰਮੁਖ ਕਹਿੰਦੇ ਕਿ ਸਾਹਮਣੇ ਆਪਣੇ ਖਾਲੀ ਖਲਾ ਨੂੰ ਮੱਥੇ ਦੇ ਵੱਲ ਧਿਆਨ ਰੱਖੇ ਔਰ ਫੇਰ ਆਵਾਜ਼ ਸੁਣੋ ਤੇ ਵਾਹਿਗੁਰੂ ਆਪਾਂ ਦੀ ਜੋ ਵਰਤੀ ਬਣੀ ਹੋਈ ਹੈ ਕਲਯੁਗ ਦੇ ਇੰਨਾ समय हो गया पिछले 3 युग हो गए अपनी जो वृत्ति बनी हुई है ਆਪਾਂ कैसे देखने बंद ਅੱਖਾਂ ਕਰਕੇ ਦੇਖਣੇ ਦੀ ਆਪਾਂ ਨੂੰ ਆਦਤ ਨਹੀਂ ਹੈ। ਆਪਾਂ ਦੇਖਦੇ ਹਾਂ ਖੁੱਲੀ ਅੱਖਾਂ ਤੋਂ ਬੰਦ ਅੱਖਾਂ ਤੋਂ ਆਪਾਂ ਨੂੰ ਦੇਖਣੇ ਹੀ ਨਹੀਂ ਆਉਂਦਾ ਆਪਾਂ ਖੁੱਲੀ ਅੱਖਾਂ ਤੋਂ ਦੇਖਦੇ ਹਾਂ। ਤੇ ਹੁਣ ਜੋ ਸਾਡਾ ਦਿਨ ਦਾ ਸਮਾਂ ਹੁੰਦਾ ਹੈ ਜਿਵੇਂ ਸਾਨੂੰ ਗੁਰਮੁਖਾਂ ਦੇ ਰਾਹੀਂ ਬਤਾਇਆ ਜਾਂਦਾ ਲੇਕਿਨ ਉਹ ਸਾਨੂੰ ਅਵਸਥਾ ਦੇ ਅਨੁਸਾਰ ਪਕੜ ਦੇ ਵਿੱਚ ਨਹੀਂ ਆਉਂਦਾ। ਆਪਾਂ ਨੂੰ ਜੋ ਹੈ ਇੱਕ ਦ੍ਰਿਸ਼ਟ मतलब कि
ਪਲਕਾਂ ਨੂੰ ਥੋੜਾ ਸਾ ਦ੍ਰਿਸ਼ਟੀ ਨੂੰ ਝੁਕਾ ਕੇ ਵਿਚਰਨਾ ਹੁੰਦਾ ਹੈ ਪੂਰੇ ਸਮੇਂ। क्यों? ताकि साड़ा ध्यान सुन्न दे विच आसन लाना सिख जावे, साड़ा जो मन है वो सुन्न दे विच आसन लाना सिख जावे। हुण आपां की करते हैं, अपनी मिस्टेक क्या हो जाती है, आपां जब सिमरन करते हैं बस उसी टाइम उत्थे बैठने की कोशिश करते हैं ते अपनी सुरती उत्थे बैठ नहीं पाती, अखां दे विच वापस बार बार आई जाती है। ते सानू अपनी खुलियां अखां दे द्वारा दिन दे समय जब भी विचरना है तो अपनी पलकां नू थोड़ा जिहा हल्का सा प्यार वाली अख बनाई के हल्का सा इशारा देंदे हुए पूरे टाइम विचरना हुंदा है। माया नू नहीं देखना हुंदा, सच नू स्पेस दे विच सुन्न दे विच ध्यान रख के विचरना हुंदा ताकि साड़ा ध्यान प्रपख हो जावे, साड़े मन दा आसन लगना शुरू हो जाए। क्योंकि ਇਹਦੇ ਵਿੱਚ ਵੀ ਵਾਹਿਗੁਰੂ समय लगूगा, क्योंकि ਆਪਾਂ बहुत समय हो गया सुन्न ਦੇ ਵਿੱਚ कभी आसन लाया नहीं, ਆਪਾਂ ਤਾਂ डायरेक्टली ही ਅੱਖਾਂ ਖੋਲਦੇ ਹੀ ਸਾਰ ਆਕਾਰ ਨੂੰ ਕੈਚ ਕਰ ਲੈਣੇ ਵਿੱਚ ਆਪੇ, ਮਤਲਬ ਸੁन्न ਦੇ ਵਿੱਚ ਆਪਾਂ ਦੀ ਸੁਰਤੀ ਬੈਠਦੀ ਨਹੀਂ। ਹੁਣ ਆਪਾਂ ਜ਼ਿਆਦਾ ਟਾਈਮ ਜੋ ਰਹਿੰਦੇ हैं खुली ਅੱਖਾਂ ਤੋਂ ਦੇਖਦੇ हैं, क्योंकि ਆਪਾਂ ਨੂੰ ਬੰਦ ਅੱਖਾਂ ਤੇ ਆਸਨ ਤਾਂ लगूगा जब खुलियां ਅੱਖਾਂ ਤੋਂ अपना मन ਉੱਥੇ बैठना, क्योंकि अपनी जो वृत्ति है वो खुली ਅੱਖਾਂ ਤੋਂ देखने ਦੀ है। ਤੇ जब ਆਪਾਂ खुलियां ਅੱਖਾਂ ਤੋਂ बहुत ही प्यार वाली अख बनाए के सुन्न दे विच आसन लाएंगे ते सहज सुभाई जब ਆਪਾਂ ਦੇ नेत्र भी बंद हो जाएंगे तो साड़ी सुरती उत्थे बैठना सीख जाऊगी। ते जिवें सानू बताया कि नहीं भी जैसे नाम साढ़े अंदर चल रहा है उसी तरीके दे अंतर बाहर कुछ हैगा ही नहीं, सिर्फ बॉडी है। जिवें असी नाम नू सुनते सुनते बॉडी नू भुल गए ते अंदर बाहर खत्म हो गया, एक ही हो गया। जिवें बाणी दे विच सानू बताया गया ने घर सुख वसिया बाहर सुख पाया, कहो नानक गुरु मंत्र तिरड़ाया। एक ही चीज हो गई, फिर आकार खत्म हो गया, आकार दा भाव खत्म हो गया, ज्ञान इंद्रियां कर्म इंद्रियां तो मन दा संपर्क टूट गया और सुन ही सुन हो गई। ਉਹਦੇ ਵਿੱਚ ਸਾਡਾ ਮਨ ਫੇਰ ਆਸਨ ਲਾ ਕੇ ਨਾਮ ਨੂੰ ਸੁਣ ਸਕਦਾ ਹੈ। ਫਿਰ ਇੱਕ ਹੀ ਜਗ੍ਹਾ ਹੋ ਗਈ ਨਾ, ਦੋ ਜਗ੍ਹਾ ਖਤਮ ਹੋ ਗਈ। ਹੁਣ ਆਪਾਂ ਕਹਿੰਦੇ ਜੀ ਬੋਡੀ ਦੇ ਵਿੱਚ ਰਹਿ ਕੇ ਨਾਮ ਨੂੰ ਸੁਣੇ ਜਾਂ ਸੁਣਨ ਦੇ ਵਿੱਚ ਆਸਨ ਲਾਏ, ਉਹ ਮਿਸਟੇਕ ਹੋ ਜਾਂਦੀ ਹੈ ਸਾਡੀ। ਤੇ ਹੁਣ ਇਹ ਸਾਨੂੰ ਇਸ ਵਿਧੀ ਨੂੰ ਪ੍ਰਤੱਖ ਕਰਨੇ ਦੀ ਜ਼ਰੂਰਤ ਹੈ। ਜ਼ਿਆਦਾ ਤੋਂ ਜ਼ਿਆਦਾ ਸਮੇਂ ਸਾਨੇ ਘੱਟ, ਜ਼ਿਆਦਾ ਤੋਂ ਜ਼ਿਆਦਾ ਨਹੀਂ ਵਿਚਰਨਾ ਹੀ, ਮਤਲਬ ਸ਼ੁਰੂ ਦੇ ਵਿੱਚ ਤਾਂ ਸਾਨੂੰ ਆਦਤ ਨਹੀਂ ਹੁਣੇ ਪੜ੍ਹਨੇ ਦੀ ਇਤਨੀ, लेकिन स्लो 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 सानू मालिक दे राही कृपा होनी शुरू हो जाएगी। और जब असी मतलब प्यार वाली अख बनाए के विचरेंगे ना ते फिर सानू विचार भी नहीं आते। जिवें हुणे तो आप कोशिश करते हैं वाहिगुरु गुरमंत्र नू दृढ़ करके विचारां नू रोकने दी, फिर क्योंकि माया ही विचार देती है और जब असी माया नू अपनी तरफ लेना बंद कर देंगे, उन्होंने उत्थे ही रोकेंगे ते फिर वाहिगुरु अपन नू एक समय तो आऊगा कि बिल्कुल ही विचार आने बंद हो जाएंगे, लेकिन शुरू दे विच घट हो जाएंगे विचार। आप अज ही इस प्रैक्टिकल नू जब आप सारे ही करके देखेंगे तो सानू एदा प्रैक्टिकल दा बहुत ही अच्छा रिजल्ट आऊगा। ते सुन दे विच जब आप आसन ला के विचरेंगे ते माया सानू प्रभावित करना बंद कर दूगी। ठीक है जी, क्योंकि माया के साथ साड़ा संपर्क बहुत नॉर्मली जिवें कि सानू गुरुमुख समझाने हैं कि यूज लायक रह जाऊगा, क्योंकि असी सुन्न दे विच आसन लाना सीख जाएंगे। और जब आप सुन्न दे विच आसन लाना सीख जाएंगे तो सुन्न दे विच भी जिवें गुरुमुख कहने जी अंतिम वेले जब साड़ा आऊगा ते की पता असी नाम सुन पाए या ना सुन पाए। ठीक है जी, तो वाहिगुरु नाम घट घट दे विच चल रहा है। हुक्मे अंदर सबको बाहर हुक्म नहीं कोई, सारिया दे विच ही हुक्म दे अंदर ही है सारा कुछ जितना भी है, क्योंकि मालिक दे विच आप खेल रहे हैं और मालिक दे मुख दी आवाज भी सारे दे विच ही है। आप सारिया दे विच केवल आकार दा ही जो खेल है, केवल आकार दा है। जिथे आकार दा भाव आकार खत्म हो जाऊगा उत्थे सच्ची सच हो जाऊगा, मालिक दा नाम ही नाम हो जाऊगा। भावें आप बॉडी च हो या बॉडी ते वख हो, वो अवस्था आपां जब बनूगी ते जब सानू इस अवस्था का आनंद आऊगा कि चाहे असी बॉडी च है चाहे असी बॉडी के बाहर है, नाम तो सारी जगह चल रहा है ना, वो साड़ी अवस्था के अकॉर्डिंग सानू मिलना है। जिवें कि हुणे आप बॉडी नू नहीं छुट पा रहे, अंदर जो साड़ी सुन है उहदे राही सानू अपने कन्ना दे राही नाम नू सुनना मिलता है, नाम आप सुनते हैं। फिर जब आप नाम दे विच इतने लीन हो जाएंगे, इतने जिवें कि हुण तां आपां बैठ के सुन रहे नाम, फिर चलो असी उठ गए
ਤੇ ਕੰਮ ਕਾਜ ਦੇ ਵਿੱਚ ਲੱਗੇ ਤੇ ਉਹ ਆਵਾਜ਼ ਕਮ ਹੋ ਗਈ। ਕਿਉਂ ਕਮ ਹੁੰਦੀ ਹੈ वो आवाज? क्योंकि साड़ा जो ध्यान है, क्योंकि एक समय ਦੇ ਵਿੱਚ ध्यान एक ही जगह रह सकता है। या ਤਾਂ जब साड़ा इतना प्रपक्ष हो गया कि साड़ी सुरती 10वें द्वार ਦੇ ਵਿੱਚ ਰਹਿ ਕੇ रजो तमो ते मतलब कि ਇਹਨਾਂ ਤੇ यूजफुल चीजां ਤੇ ਜਾਂਦੀ है और फिर वापस ਉੱਥੇ चली जाती है, तो वो शब्द भी सुनते रहने हैं। लेकिन जब सामने ਉੱਥੇ ਤੇ अपना आसन हटा लिया, ਉੱਥੇ साड़ा ध्यान इतना प्रपक्ष नहीं होया और ਅਸੀਂ ਮਾਇਆ ਦੇ ਵਿੱਚ ਵਿਚਰਨੇ ਨੂੰ ਚਲੇ, ਰਜੋ ਤੇ ਚਲੇ, ਤਮੋ ਤੇ ਚਲੇ, ਸਤੋ ਤੇ ਚਲੇ, ਤੇ ਫਿਰ ਉਹ ਸ਼ਬਦ ਸੁਣਨੇ ਸਾਨੂੰ ਬਹੁਤ ਹੀ, ਜਿਵੇਂ ਗੁਰਮੁਖ ਕਹਿੰਦੇ ਜੀ, ਰਾਤ ਨੂੰ ਤਾਂ ਸੁਣਦੇ हैं ਜਾਂ ਫਿਰ ਅਸੀਂ ਸ਼ਾਂਤ ਵਾਲੀ ਜਗ੍ਹਾ ਚਲੇ ਜਾਵੇਂ ਤਾਂ ਸੁਣਦੇ हैं, ਬਾਕੀ ਨਹੀਂ ਸੁਣਦੇ ਦਿਨ ਦੇ ਸਮੇਂ ਦੇ ਵਿੱਚ। वो क्यों नहीं सुनते? क्योंकि साड़ी जो सुरती है ਉੱਥੇ ਤੇ ਉੱਠ ਜਾਂਦੀ ਹੈ, 10ਵੇਂ द्वार ਦੇ ਦਰ ਤੇ ਉੱਠ ਕੇ ਨੀਚੇ ਥੱਲੇ ਭਵਸਾਗਰ ਦੇ ਵਿੱਚ ਆ ਕੇ ਖੇਲਣ ਲੱਗਦੀ ਹੈ। ਤੇ ਹੁਣ ਆਪਾਂ ਨੂੰ ਇਹ ਸੋਚ ਹੀ ਦੇ ਰਹੇ हैं गुरु ग्रंथ साहब महाराज कि जब थाने नीचे जाना है ते हुक्म दे राही खेलना है। वो हुक्म की है? वो हुक्म है या तो गुरमंत्र दी आवाज दे विच ध्यान रख के ਅਸੀਂ ਆਪਣੇ ਕੰਮ ਕਾਜ ਕਰੇ। फर्स्ट नंबर। सेकंड, जे सानू मालिक दे मुख दी आवाज सुन रही है ते उस आवाज ਨੂੰ सुन के साने खेलना ਹੁੰਦਾ है। ठीक है, ताकि सानू वो माया मैल ना लगा सके, साड़ा मन मैला ना होवे, क्योंकि मैला मन जो ਉਹਨੂੰ मैल लग जाती है तो वो थिर घर ਦੇ ਵਿੱਚ नहीं बैठ सकता जाएगा। फिर दोबारा ਤੇ ਉਹਨੂੰ ਗੁਰਮੰਤਰ ਦ੍ਰਿੜਾਣੇ ਦੀ ਜ਼ਰੂਰਤ ਹੁੰਦੀ ਹੈ ताकि वो मैल धुल जावे या नाम ਨੂੰ सुन के, जिवें गुरबाणी ਦੇ ਵਿੱਚ ਸਾਨੂੰ ਸਮਝਾਇਆ ਗਿਆ ਨੇ, ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਹੋਤੇ ਉਤਰਸ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਧ ਹੋਏ, ਭਰੀਏ ਮਤ ਪਾਪਾ ਕੇ ਸੰਗੀ। ਆਪਾਂ ਕਹਿੰਦੇ ਆਪਾਂ ਪਾਪ ਦਾ ਨਾਮ ਜੋ ਦਿੰਨੇ ਉਹ ਕਿਹਨੂੰ ਦਿੰਨੇ? ਜੋ ਦੁਨੀਆ ਦੇ ਵਿੱਚ ਮਾੜਾ ਕੰਮ ਹੋਵੇ। ਲੇਕਿਨ ਪਰਮਾਤਮਾ ਦੇ ਘਰ ਦੇ ਜੋ रूल है एक तरह से लगा लो, ते जो ਅਸੀਂ ਵਾਹਿਗੁਰੂ ਦੇ ਹੁਕਮ ਤੇ ਬਾਹਰ ਹੋ ਗਏ ਤਾਂ वो सारे ही कर्म पाप है। ਭਾਵੇਂ ਅਸੀਂ ਸਦੋਗੁਣੀ ਹਟ ਤੋਂ ਹੀ ਵਿਚਰ ਰਹੇ हैं, ਭਾਵੇਂ ਅਸੀਂ ਰਜੋਤੇ हैं, ਤਮੋਤੇ हैं, सतोते हैं, जिससे भी है, लेकिन ਅਸੀਂ मालिक ਦੇ ਹੁਕਮ ਚ नहीं है तो वो सारा कुछ पाप है। फिर अगे बताने कहने भरिए मत पापा के संगी ओध होवे ना वजे। फिर कहने वो जो सानू मैल लग जाती है त्रै गुणा दी, वो नाम दे राही धोई जाती है। फिर नाम दे राही गुरमंत्र दे राही दृढ़ा के उन्हें साफ कर लेना हुंदा है, नाम नू सुन के उस मैल नू। फिर साड़ा मन सुन दे विच जाके जब नाम नू सुनूगा ते उस थान नू अमृतसर दा नाम दिया है, उत्थे जाके साड़ा मन स्नान करूगा और स्नान करके सच्चा सुच्चा हो जाऊगा जब मालिक के घर सन्मुख होगा और उत्थे जाके अमृत रस पीऊगा। वो अवस्था है साढ़े आप दे अंदर दी, एनू बड़ी ही सहजता के साथ समझना है। जिवें कि कुछ समय तो सानू अमृत रस कभी कभी आ जाता है और कभी कभी अमृत रस बंद हो जाता है। उदी की वजह है कि अमृत रस तो कंटिन्यू चल रहा है, क्योंकि मालिक दे घर दी जो क्रिया है वो लगातार चल रही है, वो बंद नहीं है। मालिक दा खजाना जो है वो जैसे कि अनहद बाणी लगातार चल रही है। जब वो अनहद बाणी है उदा एंड ते शुरुआत का कुछ नहीं पता, बस वो चल रही है, ते उदे साथ सानू बता दिया कि जो शब्द है, शब्द ही अनहद बाणी है। तो जिवें सानू बताया गया ने, छिम छिम बरसे अमृत धारा, मन पीवे सुर शब्द विचारा। ते अमृत दी वर्खा भी लगातार हो रही है, लेकिन हो किथे रही है? ब्रह्म दे विच, सुन दे विच, जिथे मालिक आप बैठा है। ते जिवें साड़ी सुरती उस थां तो जांदी है ते अमृत रस पी लैंदी है, जिवें उत्थे ते उठ जांदी है ते त्रै गुणा दे विच आ जांदी है, ते फिर इहनूं सजा मिलदी है, फिक्का मूंह हो जांदा है, फिर इहनूं अमृत रस नहीं मिलदा, फिर इहदे हिस्से दा अमृत रस वो पंज लै लैंदे हैं। जिवें गुरबाणी गुरु दे विच सानू समझाना करा, कहने इस देही में पंच चोर बसै, काम क्रोध लोभ मोह अहंकारा, अमृत लूटै मनमुख नहीं पूछै, कोई ना सुनै पुकारा। ते वो साढ़े अमृत रस नूं लूट लैंदे हैं। ਹੁਣ ਆਪਾਂ ਨੂੰ ਕੀ ਕਰਨਾ ਹੁੰਦਾ ਹੈ ਕਿ ਉਹਨਾਂ ਦੇ ਸਾਥ ਆਪਾਂ ਨੂੰ ਬਹੁਤ ਹੀ ਸਹਿਜਤਾ ਦੇ ਸਾਥ ਔਰ ਗੁਰਮਤ ਦੇ ਗਿਆਨ ਨੂੰ ਲੈਂਦੇ ਹੋਏ, ਮਾਲਿਕ ਦੇ ਪ੍ਰੇਮ ਨੂੰ ਲੈਂਦੇ ਹੋਏ ਸਾਨੂੰ ਉਹਨਾਂ ਦੇ ਸਾਥ ਖੇਲਣਾ ਹੁੰਦਾ ਹੈ। क्योंकि खेल ਦੇ ਵਿੱਚ ਤਾਂ ਆਪਾਂ ਆएंगे जब तक कि ਸਾਨੂੰ ਸਵਾਸਾ ਰੂਪੀ ਮਾਲਿਕ ਨੇ ਖਜ਼ਾਨਾ ਦਿया ਹੋਇਆ ਹੈ, तब तक ਸਾਨੂੰ ਭਵਸਾਗਰ ਦੇ ਵਿੱਚ ਉਤਰਨਾ ਪੜੂਗਾ। लेकिन ਅਸੀਂ ਭਵਸਾਗਰ ਦੇ ਵਿੱਚ ਹੁਕਮ ਦੇ ਵਿੱਚ ਰਹਿ ਕੇ ਜब ਉਤरेंगे ਤਾਂ ਫਿਰ ਇਹ ਸਾਨੂੰ ਕੰਟਰੋਲ ਨਹੀਂ ਕਰ ਸਕਦਾ। ਹੁਣੇ ਤਾਂ ਇਹ ਵਿੱਚ ਸਾਨੂੰ ਆਪਾਂ ਗੁਰਮਤਿ ਗਿਆਨ ਲੈ ਰਹੇ हैं, लेकिन जब ਆਪਾਂ भवसागर ਦੇ ਵਿੱਚ ਉਤਰਦੇ हैं ਤੇ ਵਾਹਿਗੁਰੂ ਹੁਣੇ ਇੰਨਾ ਜ਼ਿਆਦਾ ਆਪਣਾ ਦ੍ਰਿੜ ਨਹੀਂ ਹੋਇਆ, अपना मन
नाम ਨੂੰ ਸੁਣ ਕੇ ਉਹਦੇ ਰਾਹੀਂ इतना प्रेम कर लेवे, इतना प्रेम कर लेवे कि जब भवसागर च भी उतरे ना तो हुक्म च ही रहे। जब वह हुक्म च रह के खेलूगा तो ਇਹਨੂੰ मैल नहीं लगती ਤੇ ਫਿਰ ਇਹ ਸਹਿਜ ਸੁਭਾਈ ਥਿਰਗਰ ਦੇ ਵਿੱਚ ਵਾਸਾ ਪਾ ਲੈਂਦਾ ਹੈ। ਜਦ ਥਿਰਗਰ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਸੁਰਤੀ ਨਾਮ ਨੂੰ ਸੁਣਦੀ ਹੈ, ਨਾਮ ਨੂੰ ਸੁਣ ਕੇ ਨਾਮ ਹੀ ਸ਼ਬਦ ਹੈ, फिर उत्थे जाके अमृत रस पीती है। और अगर साड़ा मन इतना ज्यादा मालिक ਨੂੰ प्रेम कर करके इतना ज्यादा हुक्म ਦੇ ਵਿੱਚ ਰਹਿਣਾ ਸਿੱਖ ਗਿਆ ਤੇ ਫਿਰ ਆਪਾਂ ਭਵਸਾਗਰ ਦੇ ਵਿੱਚ जब ਆਪਾਂ खेलेंगे साड़ी सुरती ब्रह्म ਦੇ ਵਿੱਚ ਤੇ ਅੰਮ੍ਰਿਤ ਫੇਰ ਵੀ ਪੀਂਦੀ ਰਹੂਗੀ। मालिक ਦੀ ਦਾਤ, वो मालिक ਦਾ खजाना साड़े लिए खोल दिया जाऊगा। वो ਆਪਾਂ खेलेंगे भी ना दुनिया ਦੇ ਵਿੱਚ ਕੰਮਕਾਜ ਵੀ करेंगे हुक्म ਚ ਰਹਿ ਕੇ। ਤੇ ਹੁਕਮ ਕੀ ਹੈ? ਸ਼ਬਦ। शब्दां ਦੇ साथ की हो रही है? अमृत ਦੀ ਵਰਖਾ। ਤੇ ਅਸੀਂ ਸ਼ਬਦ ਸੁਣ ਰਹੇ ਹਾਂ ਤੇ ਸਾਡੀ ਸੁਰਤੀ 10ਵੇਂ द्वार ਦੇ ਵਿੱਚ ਬੈਠੀ ਹੈ और साड़ी सुरती अमृत रस बालिक ਦੇ घर ਦੀ ਜੋ ਖੁਰਾਕ ਹੈ ਸਾਡੇ ਮਨ ਦੀ ਉਹਨੂੰ ਪੀਂਦੀ ਰਹੂਗੀ और सदा ਲਈ आनंद हो जाऊगा। ਫਿਰ ਜਾਂ ਖੇਲ ਹੋ ਜਾਊਗਾ ਬਹੁਤ ਹੀ ਸੌਖਾ। ਜਿਵੇਂ ਸਾਨੂੰ ਤਾਂ ਹੁਣੇ ਹਾਰਡ ਲੱਗਦਾ ਹੈ, ਸਾਨੂੰ ਲੱਗਦਾ ਵਾਹਿਗੁਰੂ, ਸਾਨੂੰ ਧਿਆਨ ਨਹੀਂ ਲਗਾਉਣਾ ਆਉਂਦਾ, ਅਸੀਂ ਨਾਮ ਦੇ ਵਿੱਚ ਧਿਆਨ ਲਾਏ ਜਾਂ ਸੁਣ ਦੇ ਵਿੱਚ। ਤੇ ਇਹ ਚੀਜ਼ ਨੂੰ ਸਮਝ ਲੈਣਾ ਹੈ। ਸੁਣ ਇੱਕ ਅੰਦਰ ਦੀ ਹੋ ਗਈ, ਇੱਕ ਬਾਹਰ ਦੀ ਹੋ ਗਈ। ਅੰਦਰ ਬਾਹਰ ਦੀ ਕਿਉਂ ਹੈ? ਕਿਉਂਕਿ ਵਿੱਚ ਦੇ ਵਿੱਚ ਬੋਡੀ ਖੜੀ ਹੈ। ਜਿੱਥੇ ਜਾ ਕੇ ਬੋਡੀ ਖਤਮ ਹੋ ਗਈ ਤੇ ਇੱਕ ਹੀ ਹੋ ਗਿਆ। जब एक हो गया तो मालिक दो थोड़ी है, मालिक दे मुख की आवाज दो थोड़ी है, मालिक एक है, मालिक दे मुख की आवाज भी ਉਹਦੀ ਹੀ ਆਵਾਜ਼ ਹੈ, ਇੱਕ ਹੈ। ਉਹ ਭਾਵੇਂ ਉਹ ਅਸੰਖਾ ਦੇ ਰੂਪ ਦੇ ਵਿੱਚ ਨਾਦ ਵੱਜ ਰਹੇ ਹੈ, ਲੇਕਿਨ ਉਹ ਮਾਲਿਕ ਦੇ ਘਰ ਤੇ ਜੋ ਚੱਲ ਰਹੀ ਹੈ वो दो नहीं हो ਸਕਦੀਆਂ, वो ਮਾਲਿਕ ਦੇ ਘਰ ਤੇ ਇੱਕ ਹੀ ਹੈ। ਤੇ ਫਿਰ ਉਸ ਜਗ੍ਹਾ ਤੋਂ ਸਾਨੂੰ ਆਸਨ ਲਾਣਾ ਹੁੰਦਾ ਹੈ, ਉੱਥੇ ਜਾ ਕੇ ਸਾਡੀ ਸੁਰਤੀ ਆਨੰਦ ਮਿਲਦੀ ਹੈ। ਤੇ ਆ ਆਨੰਦ ਕਬ ਹੁਣੇ ਆਪਾਂ ਨੂੰ ਸਾਡੀ ਅਵਸਥਾ ਨੂੰ ਦੇਖ ਲੈਣਾ ਹੈ ਕਿ ਸਾਨੂੰ ਹਾਂਜੀ ਵਾਹਿਗੁਰੂ ਅੱਜ ਫੇਰ ਆਉਣ ਜਿਵੇਂ ਕਥਾ। ਹਾਂਜੀ वाहिगुरु जी का खालसा वाहिगुरु जी की फतेह। हाँ जी गुरु को आवाज साफ आ रही है जी? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ, ਜਦੋਂ ਤੁਸੀਂ ਕਾਲ ਜੁਆਇਨ ਕਰ ਰਹੇ ਹੋ, ਆਪ ਜੀ ਨੂੰ ਬਾਰ-ਬਾਰ ਬੇਨਤੀ ਆ, ਵਾਹਿਗੁਰੂ ਜੀ ਪਲੀਜ਼ ਤੁਸੀਂ ਚੁੱਪ ਰਹਿ ਕੇ ਹੀ ਕਾਲ ਜੁਆਇਨ ਕਰੋ, ਕਿਉਂਕਿ ਗੁਰਮੁਖ ਫਿਰ ਉਹਨਾਂ ਦੀ ਵਿਰਤੀ ਜੋ ਹੈ ਉਹ ਡਿਸਟਰਬ ਹੁੰਦੀ ਹੈ। ਆਪ ਜੀ ਨੂੰ ਬਾਰ-ਬਾਰ ਬੇਨਤੀ ਆ, ਵਾਹਿਗੁਰੂ ਜੀ ਪਲੀਜ਼ ਮਿਊਟ ਤੇ ਰਹੋ, ਅਨਮਿਊਟ ਨਾ ਹੋ। ਹਾਂਜੀ ਗੁਰਮੁਖ ਪਿਆਰਿਓ, ਤੁਹਾਡੀ ਆਵਾਜ਼ ਆ ਰਹੀ ਆ। ਹਾਂਜੀ, ਵਾਹਿਗੁਰੂ ਕਰੋ ਜੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵਾਹਿਗੁਰੂ ਫਿਰ ਆਪਾਂ ਨੂੰ ਉਸ ਸੁਣ ਦੇ ਵਿੱਚ ਆਸਨ ਲਾ ਕੇ ਔਰ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਘਰ ਤੇ ਜੋ ਸਾਨੂੰ ਖਜ਼ਾਨਾ ਮਿਲ ਰਿਹਾ ਹੈ ਉਹਦਾ ਆਨੰਦ ਲੈਣਾ ਹੁੰਦਾ ਹੈ। ਤੇ ਹੁਣ ਸਾਨੂੰ ਦੇਖ ਲੈਣਾ ਹੈ ਕਿ ਵਾਹਿਗੁਰੂ ਅਸੀਂ ਕੌਣ ਸੀ ਥਾਂ ਤੋਂ ਬੈਠੇ ਹਾਂ। ਹੁਣ ਲਗਭਗ ਸਾਡਾ ਆਈਡੀਆ ਹੈ ਕਿ ਆ ਕੁਐਸਚਨ ਸ਼ਾਇਦ ਕਲੀਅਰ ਹੋ ਹੀ ਗਿਆ ਹੋਊਗਾ ਕਿ ਆਸਨ ਕਿੱਥੇ ਲਾਣਾ ਹੈ। ਦਿਨ ਦੇ ਸਮੇਂ ਦੇ ਵਿੱਚ ਘੱਟ ਦ੍ਰਿਸ਼ਟੀ ਕਰਕੇ ਹੀ ਸਾਨੂੰ ਵਿਚਰਨਾ ਹੈ, ज्यादा तो ज्यादा समय। हुने तो भाव शुरुआत है तो इतनी जल्दी अख नहीं बन पाने दी, लेकिन साने इस ਨੂੰ ਆਪਣੀ ਬੋਡੀ ਦੇ ਵਿੱਚ ਨਾਮ ਸੁਣਾਈ ਦਿੰਦਾ ਹੈ ਤੇ ਸਾਨੇ ਕੇਵਲ ਔਰ ਕੇਵਲ ਉਸ ਨਾਮ ਦੇ ਵਿੱਚ ਧਿਆਨ ਰੱਖਦੇ ਹੋਇਆ ਹੁਣ ਇਹਨੂੰ ਔਰ ਖੋਲੋ ਕਿ ਜਿਵੇਂ ਸਾਨੂੰ ਗੁਰਮੁਖ ਕਹਿੰਦੇ ਕਿ ਸਾਹਮਣੇ ਆਪਣੇ ਖਾਲੀ ਖਲਾ ਨੂੰ ਮੱਥੇ ਦੇ ਵੱਲ ਧਿਆਨ ਰੱਖੇ ਔਰ ਫੇਰ ਆਵਾਜ਼ ਸੁਣੋ। ਤੇ ਵਾਹਿਗੁਰੂ आपा दी जो वृत्ति बनी हुई है कलयुग दे इतना समय हो गया, पिछले 3 युग हो गए, अपनी जो वृत्ति बनी हुई है आपा कैसे देखने, बंद अखा करके देखने की आपा नू आदत नहीं है। आपा देखते हैं खुली अखा तो, बंद अखा तो आपा नू देखने ही नहीं आता, आपा खुली अखा तो देखते हैं। ਤੇ ਹੁਣ ਜੋ ਸਾਡਾ ਦਿਨ ਦਾ ਸਮਾਂ ਹੁੰਦਾ ਹੈ ਜਿਵੇਂ ਸਾਨੂੰ ਗੁਰਮੁਖਾਂ ਦੇ ਰਾਹੀਂ ਬਤਾਇਆ ਜਾਂਦਾ ਹੈ, ਲੇਕਿਨ ਉਹ ਸਾਨੂੰ ਅਵਸਥਾ ਦੇ ਅਨੁਸਾਰ ਪਕੜ ਦੇ ਵਿੱਚ ਨਹੀਂ ਆਉਂਦਾ। ਆਪਾਂ ਨੂੰ ਜੋ ਹੈ ਇੱਕ ਦ੍ਰਿਸ਼ਟ
ਮਤਲਬ ਕਿ ਪਲਕਾਂ ਨੂੰ ਥੋੜਾ ਸਾ ਦ੍ਰਿਸ਼ਟੀ ਨੂੰ ਝੁਕਾ ਕੇ ਵਿਚਰਨਾ ਹੁੰਦਾ ਹੈ ਪੂਰੇ ਸਮੇਂ। ਕਿਉਂ? ताकि साड़ा ध्यान सुन्न दे विच आसन लाना सिख जावे, साड़ा जो मन है वो सुन्न दे विच आसन लाना सिख जावे। हुण आपां की करते हैं, अपनी मिस्टेक क्या हो जाती है, आपां जब सिमरन करते हैं बस उसी टाइम उत्थे बैठने की कोशिश करते हैं ते अपनी सुरती उत्थे बैठ नहीं पाती, अखां दे विच वापस बार बार आई जाती है। ਤੇ ਸਾਨੂੰ ਆਪਣੀ ਖੁੱਲੀਆਂ ਅੱਖਾਂ ਦੇ ਦੁਆਰਾ ਦਿਨ ਦੇ ਸਮੇਂ ਜਬ ਵੀ ਵਿਚਰਨਾ ਹੈ तो अपनी पलकों ਨੂੰ थोड़ा ਜਿਹਾ हल्का सा प्यार वाली ਅੱਖ ਬਣਾਏ ਕੇ हल्का सा इशारा ਦਿੰਦੇ ਹੋਏ ਪੂਰੇ ਟਾਈਮ ਵਿਚਰਨਾ ਹੁੰਦਾ ਹੈ। ਮਾਇਆ ਨੂੰ ਨਹੀਂ ਦੇਖਣਾ ਹੁੰਦਾ, ਸੱਚ ਨੂੰ ਸਪੇਸ ਦੇ ਵਿੱਚ ਸੁਣਨ ਦੇ ਵਿੱਚ ਧਿਆਨ ਰੱਖ ਕੇ ਵਿਚਰਨਾ ਹੁੰਦਾ ਤਾਂ ਕਿ ਸਾਡਾ ਧਿਆਨ ਪ੍ਰਪੱਕ ਹੋ ਜਾਵੇ, ਸਾਡੇ ਮਨ ਦਾ ਆਸਨ ਲੱਗਣਾ ਸ਼ੁਰੂ ਹੋ ਜਾਵੇ। ਕਿਉਂਕਿ ਇਹਦੇ ਵਿੱਚ ਵੀ ਵਾਹਿਗੁਰੂ ਸਮੇਂ ਲੱਗੂਗਾ, ਕਿਉਂਕਿ ਆਪਾਂ ਬਹੁਤ ਸਮੇਂ ਹੋ ਗਿਆ ਸੁਣਨ ਦੇ ਵਿੱਚ ਕभी ਆਸਨ ਲਾਇਆ ਨਹੀਂ, ਆਪਾਂ ਤਾਂ ਡਾਇਰੈਕਟਲੀ ਹੀ ਅੱਖਾਂ ਖੋਲਦੇ ਹੀ ਸਾਰ ਆਕਾਰ ਨੂੰ ਕੈਚ ਕਰ ਲੈਂਦੇ, ਵਿੱਚ ਆਪੇ ਮਤਲਬ ਸੁਣਨ ਦੇ ਵਿੱਚ ਆਪਾਂ ਦੀ ਸੁਰਤੀ ਬੈਠਦੀ ਨਹੀਂ। ਹੁਣ ਆਪਾਂ ਜ਼ਿਆਦਾ ਟਾਈਮ ਜੋ ਰਹਿੰਦੇ ਹਾਂ ਖੁੱਲੀ ਅੱਖਾਂ ਤੋਂ ਦੇਖਦੇ ਹਾਂ, ਕਿਉਂਕਿ ਆਪਾਂ ਨੂੰ ਬੰਦ ਅੱਖਾਂ ਤੇ ਆਸਨ ਤਾਂ ਲੱਗੂਗਾ ਜब ਖੁੱਲੀਆਂ ਅੱਖਾਂ ਤੋਂ अपना मन ਉੱਥੇ ਬੈਠਣਾ, ਕਿਉਂਕਿ ਆਪਣੀ ਜੋ ਵਰਤੀ ਹੈ वो खुली ਅੱਖਾਂ ਤੋਂ ਦੇਖਣੇ ਦੀ ਹੈ। ਤੇ ਜਦ ਆਪਾਂ ਖੁੱਲੀਆਂ ਅੱਖਾਂ ਤੋਂ ਬਹੁਤ ਹੀ ਪਿਆਰ ਵਾਲੀ ਅੱਖ ਬਣਾਈ ਕੇ ਸੁਣ ਦੇ ਵਿੱਚ ਆਸਨ ਲਾਏਂਗੇ ਤੇ ਸਹਿਜ ਸੁਭਾਈ ਜਦ ਆਪਾਂ ਦੇ ਨੇਤਰ ਵੀ ਬੰਦ ਹੋ ਜਾਏंगे ਤਾਂ ਸਾਡੀ ਸੁਰਤੀ ਉੱਥੇ ਬੈਠਣਾ ਸਿੱਖ ਜਾਊਗੀ। ਤੇ ਜਿਵੇਂ ਸਾਨੂੰ ਬਤਾਇਆ ਕਿ ਨਹੀਂ ਵੀ ਜੈਸੇ ਨਾਮ ਸਾਡੇ ਅੰਦਰ ਚੱਲ ਰਿਹਾ ਹੈ ਉसी ਤਰੀਕੇ ਦੇ ਅੰਦਰ ਬਾਹਰ ਕੁਝ ਹੈਗਾ ਹੀ ਨਹੀਂ, ਸਿਰਫ ਬੋਡੀ ਹੈ। ਜਿਵੇਂ ਅਸੀਂ ਨਾਮ ਨੂੰ ਸੁਣਦੇ ਸੁਣਦੇ ਬੋਡੀ ਨੂੰ ਭੁੱਲ ਗਏ ਤੇ ਅੰਦਰ ਬਾਹਰ ਖਤਮ ਹੋ ਗਿਆ, ਇੱਕ ਹੀ ਹੋ ਗਿਆ। ਜਿਵੇਂ ਬਾਣੀ ਦੇ ਵਿੱਚ ਸਾਨੂੰ ਬਤਾਇਆ ਗਿਆ ਨੇ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰੂ ਮੰਤਰ ਤ੍ਰਿੜਾਇਆ। ਇੱਕ ਹੀ ਚੀਜ਼ ਹੋ ਗਈ, ਫਿਰ ਆਕਾਰ ਖਤਮ ਹੋ ਗਿਆ, ਆਕਾਰ ਦਾ ਭਾਵ ਖਤਮ ਹੋ ਗਿਆ, ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਮਨ ਦਾ ਸੰਪਰਕ ਟੁੱਟ ਗਿਆ ਔਰ ਸੁਣ ਹੀ ਸੁਣ ਹੋ ਗਈ। ਉਹਦੇ ਵਿੱਚ ਸਾਡਾ ਮਨ ਫੇਰ ਆਸਨ ਲਾ ਕੇ ਨਾਮ ਨੂੰ ਸੁਣ ਸਕਦਾ ਹੈ। ਫਿਰ ਇੱਕ ਹੀ ਜਗ੍ਹਾ ਹੋ ਗਈ ਨਾ, ਦੋ ਜਗ੍ਹਾ ਖਤਮ ਹੋ ਗਈ। ਹੁਣ ਆਪਾਂ ਕਹਿੰਦੇ ਜੀ ਬੋਡੀ ਦੇ ਵਿੱਚ ਰਹਿ ਕੇ ਨਾਮ ਨੂੰ ਸੁਣੇ ਜਾਂ ਸੁਣਨ ਦੇ ਵਿੱਚ ਆਸਨ ਲਾਏ, ਉਹ ਮਿਸਟੇਕ ਹੋ ਜਾਂਦੀ ਹੈ ਸਾਡੀ। ਤੇ ਹੁਣ ਇਹ ਸਾਨੂੰ ਇਸ ਵਿਧੀ ਨੂੰ ਪ੍ਰਪੱਕ ਕਰਨੇ ਦੀ ਜ਼ਰੂਰਤ ਹੈ। ਜ਼ਿਆਦਾ ਤੋਂ ਜ਼ਿਆਦਾ ਸਮੇਂ ਸਾਨੇ ਜ਼ਿਆਦਾ ਤੋਂ ਜ਼ਿਆਦਾ ਨਹੀਂ ਵਿਚਰਨਾ ਹੀ, ਮਤਲਬ ਸ਼ੁਰੂ ਦੇ ਵਿੱਚ ਤਾਂ ਸਾਨੂੰ ਆਦਤ ਨਹੀਂ ਹੋਣੀ ਪੜ੍ਹਨੇ ਦੀ ਇਤਨੀ, ਲੇਕਿਨ ਸਲੋ ਸਾਨੂੰ ਮਾਲਿਕ ਦੇ ਰਾਹੀਂ ਕਿਰਪਾ ਹੋਣੀ ਸ਼ੁਰੂ ਹੋ ਜਾਊਗੀ। और जब ਅਸੀਂ ਮਤਲਬ ਪਿਆਰ ਵਾਲੀ ਅੱਖ ਬਣਾਈ ਕੇ ਵਿਚਰਾਂਗੇ ਨਾ ਤੇ ਫੇਰ ਸਾਨੂੰ ਵਿਚਾਰ ਵੀ ਨਹੀਂ ਆਉਂਦੇ। ਜਿਵੇਂ ਹੁਣੇ ਤਾਂ ਆਪਾਂ ਕੋਸ਼ਿਸ਼ ਕਰਦੇ ਹਾਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜ ਕਰਕੇ ਵਿਚਾਰਾਂ ਨੂੰ ਰੋਕਣੇ ਦੀ, ਫਿਰ ਕਿਉਂਕਿ ਮਾਇਆ ਹੀ ਵਿਚਾਰ ਦਿੰਦੀ ਹੈ ਔਰ ਜਦ ਅਸੀਂ ਮਾਇਆ ਨੂੰ ਆਪਣੀ ਤਰਫ ਲੈਣਾ ਬੰਦ ਕਰ ਦੇਂਗੇ, ਉਹਨੂੰ ਉੱਥੇ ਹੀ ਰੋकेंगे ਤੇ ਫਿਰ ਵਾਹਿਗੁਰੂ ਆਪਾਂ ਨੂੰ ਇੱਕ ਸਮੇਂ ਤਾਂ ਆਊਗਾ ਕਿ ਬਿਲਕੁਲ ਹੀ ਵਿਚਾਰ ਆਣੇ ਬੰਦ ਹੋ ਜਾएंगे, ਲੇਕਿਨ ਸ਼ੁਰੂ ਦੇ ਵਿੱਚ घट हो जाएंगे विचार। ਆਪਾਂ ਅੱਜ ਹੀ ਇਸ ਪ੍ਰੈਕਟੀਕਲ ਨੂੰ ਜਦ ਆਪਾਂ ਸਾਰੇ ਹੀ ਕਰਕੇ ਦੇਖेंगे ਤੇ ਸਾਨੂੰ ਇਹਦਾ ਪ੍ਰੈਕਟੀਕਲ ਦਾ ਬਹੁਤ ਹੀ ਅੱਛਾ ਰਿਜ਼ਲਟ ਆਊਗਾ। ਤੇ ਸੁਣ ਦੇ ਵਿੱਚ ਜਦ ਆਪਾਂ ਆਸਨ ਲਾ ਕੇ ਵਿਚਰਾਂਗੇ ਤੇ ਮਾਇਆ ਸਾਨੂੰ ਪ੍ਰਭਾਵਿਤ ਕਰਨਾ ਬੰਦ ਕਰ ਦੂਗੀ। ਠੀਕ ਹੈ ਜੀ, ਕਿਉਂਕਿ ਮਾਇਆ ਦੇ ਸਾਥ ਸਾਡਾ ਸੰਪਰਕ ਬਹੁਤ ਨੋਰਮਲੀ ਜਿਵੇਂ ਕਿ ਸਾਨੂੰ ਗੁਰਮੁਖ ਸਮਝਾਉਂਦੇ ਹੈ ਕਿ ਯੂਜ਼ ਲਾਇਕ ਰਹਿ ਜਾਊਗਾ, ਕਿਉਂਕਿ ਅਸੀਂ ਸੁਣ ਦੇ ਵਿੱਚ ਆਸਨ ਲਾਣਾ ਸਿੱਖ ਜਾएंगे। और जब ਆਪਾਂ ਸੁਣ ਦੇ ਵਿੱਚ ਆਸਨ ਲਾਣਾ ਸਿੱਖ ਜਾएंगे तो ਸੁਣ ਦੇ ਵਿੱਚ ਵੀ ਜਿਵੇਂ ਗੁਰਮੁਖ ਕਹਿੰਦੇ ਜੀ ਅੰਤਿਮ ਵੇਲੇ ਜਦ ਸਾਡਾ ਆਊਗਾ ਤੇ ਕੀ ਪਤਾ ਅਸੀਂ ਨਾਮ ਨੂੰ ਸੁਣ ਪਾਏ ਜਾਂ ਨਾ ਸੁਣ ਪਾਏ। ਠੀਕ ਹੈ ਜੀ, तो ਵਾਹਿਗੁਰੂ ਨਾਮ ਘਟ ਘਟ ਦੇ ਵਿੱਚ ਚੱਲ ਰਿਹਾ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਹੀਂ ਕੋਈ, ਸਾਰਿਆਂ ਦੇ ਵਿੱਚ ਹੀ ਹੁਕਮ ਦੇ ਅੰਦਰ ਹੀ ਹੈ ਸਾਰਾ ਕੁਝ ਜਿਤਨਾ ਵੀ ਹੈ, ਕਿਉਂਕਿ ਮਾਲਿਕ ਦੇ ਵਿੱਚ ਆਪਾਂ ਖੇਲ ਰਹੇ ਹਾਂ ਔਰ ਮਾਲਿਕ ਦੇ ਮੁਖ ਦੀ ਆਵਾਜ਼ ਵੀ ਸਾਰੇ ਦੇ ਵਿੱਚ ਹੀ ਹੈ, ਆਪਾਂ ਸਾਰਿਆਂ ਦੇ ਵਿੱਚ ਕੇਵਲ ਆਕਾਰ ਦਾ ਹੀ ਜੋ ਖੇਲ ਹੈ ਕੇਵਲ ਆਕਾਰ ਦਾ ਹੈ। ਜਿੱਥੇ ਆਕਾਰ ਦਾ ਭਾਵ ਆਕਾਰ ਖਤਮ ਹੋ ਜਾਊਗਾ ਉੱਥੇ ਸੱਚੀ ਸੱਚ ਹੋ ਜਾਊਗਾ, ਮਾਲਿਕ ਦਾ ਨਾਮ ਹੀ ਨਾਮ ਹੋ ਜਾਊਗਾ। ਭਾਵੇਂ ਆਪਾਂ ਬੋਡੀ 'ਚ ਹੋ ਜਾਂ ਬੋਡੀ ਤੇ ਵੱਖ ਹੋ, ਉਹ ਅਵਸਥਾ ਆਪਾਂ ਦੀ ਜਦ ਬਣੂਗੀ ਤੇ ਜਬ ਸਾਨੂੰ ਇਸ ਅਵਸਥਾ ਦਾ ਆਨੰਦ ਆਊਗਾ ਕਿ ਚਾਹੇ ਅਸੀਂ ਬੋਡੀ 'ਚ ਹੈ ਚਾਹੇ ਅਸੀਂ ਬੋਡੀ ਦੇ ਬਾਹਰ ਹੈ, ਨਾਮ ਤਾਂ ਸਾਰੀ ਜਗ੍ਹਾ ਚੱਲ ਰਿਹਾ ਹੈ ਨਾ, ਉਹ ਸਾਡੀ ਅਵਸਥਾ ਦੇ ਅਕੋਰਡਿੰਗ ਸਾਨੂੰ ਮਿਲਣਾ ਹੈ। ਜਿਵੇਂ ਕਿ ਹੁਣੇ ਆਪਾਂ ਬੋਡੀ ਨੂੰ ਨਹੀਂ ਛੁੱਟ ਪਾ ਰਹੇ, ਅੰਦਰ ਜੋ ਸਾਡੀ ਸੁਣ ਹੈ ਉਹਦੇ ਰਾਹੀਂ ਸਾਨੂੰ ਆਪਣੇ ਕੰਨਾਂ ਦੇ ਰਾਹੀਂ ਨਾਮ ਨੂੰ ਸੁਣਨਾ ਮਿਲਦਾ ਹੈ, ਨਾਮ ਆਪਾਂ ਸੁਣਦੇ ਹਾਂ। ਫਿਰ ਜਦ ਆਪਾਂ ਨਾਮ ਦੇ ਵਿੱਚ ਇਤਨੇ ਲੀਨ ਹੋ ਜਾएंगे, ਇਤਨੇ ਜਿਵੇਂ ਕਿ ਹੁਣ ਤਾਂ ਆਪਾਂ ਬਹਿ ਕੇ ਸੁਣ ਰਹੇ ਨਾਮ, ਫਿਰ ਚਲੋ ਅਸੀਂ ਉੱਠ ਗਏ
ਤੇ ਕੰਮ ਕਾਜ ਦੇ ਵਿੱਚ ਲੱਗੇ ਤੇ ਉਹ ਆਵਾਜ਼ ਕਮ ਹੋ ਗਈ। ਕਿਉਂ ਕਮ ਹੁੰਦੀ ਹੈ वो आवाज? क्योंकि साड़ा जो ध्यान है, क्योंकि एक समय ਦੇ ਵਿੱਚ ध्यान एक ही जगह रह सकता है। या ਤਾਂ जब साड़ा इतना प्रपक्ष हो गया कि साड़ी सुरती 10वें द्वार ਦੇ ਵਿੱਚ ਰਹਿ ਕੇ रजो तमो ते मतलब कि ਇਹਨਾਂ ਤੇ यूजफुल चीजां ते ਜਾਂਦੀ है और फिर वापस ਉੱਥੇ चली जाती है, तो वो शब्द भी सुनते रहने हैं। लेकिन जब सामने ਉੱਥੇ ਤੇ अपना आसन हटा लिया, ਉੱਥੇ साड़ा ध्यान इतना प्रपक्ष नहीं होया और ਅਸੀਂ माया ਦੇ ਵਿੱਚ ਵਿਚਰਨੇ ਨੂੰ ਚਲੇ, रजो ਤੇ चले, तमो ਤੇ चले, सतो ਤੇ चले, ਤੇ फिर वो शब्द सुनने ਸਾਨੂੰ बहुत ही ਜਿਵੇਂ ਗੁਰਮੁਖ ਕਹਿੰਦੇ ਜੀ ਰਾਤ ਨੂੰ ਤਾਂ ਸੁਣਦੇ हैं या फिर ਅਸੀਂ शांत वाली जगह चले जावे ਤਾਂ सुनते हैं, बाकी नहीं सुनते दिन ਦੇ समय ਦੇ ਵਿੱਚ। वो क्यों नहीं सुनते? क्योंकि साड़ी जो सुरती है ਉੱਥੇ ਤੇ ਉੱਠ ਜਾਂਦੀ है, 10वें द्वार ਦੇ ਦਰ ਤੇ ਉੱਠ ਕੇ ਨੀਚੇ ਥੱਲੇ ਭਵਸਾਗਰ ਦੇ ਵਿੱਚ ਆ ਕੇ ਖੇਲਣ ਲੱਗਦੀ ਹੈ। ਤੇ ਹੁਣ ਆਪਾਂ ਨੂੰ ਇਹ ਸੋਚ ਹੀ ਦੇ ਰਹੇ हैं गुरु ग्रंथ साहब महाराज कि जब थाने नीचे जाना है ते हुक्म दे राही खेलना है। वो हुक्म की है? वो हुक्म है या तो गुरमंत्र दी आवाज दे विच ध्यान रख के ਅਸੀਂ ਆਪਣੇ ਕੰਮ ਕਾਜ ਕਰੇ। फर्स्ट नंबर। सेकंड, जे सानू मालिक दे मुख दी आवाज सुन रही है ते उस आवाज नू सुन के साने खेलना होता है, ठीक है, ताकि सानू वो माया मैल ना लगा सके, साड़ा मन मैला ना होवे। क्योंकि मैला मन जो ਉਹਨੂੰ मैल लग जाती है तो वो थिर घर दे विच नहीं बैठ सकता जाएगा। फिर दोबारा ते ਉਹਨੂੰ गुरमंत्र दृढ़ाने की जरूरत होती है ताकि वो मैल धुल जावे या नाम नू सुन सुन के। जिवें गुरबाणी दे विच सानू समझाया गया ने भरिए हथ पैर तन देहे पानी होते उतरस खेहे मूत पलीती कपड़ होए दे साबुण लइए उद होए भरिए मत पापा के संगी। ਆਪਾਂ ਕਹਿੰਦੇ ਆਪਾਂ ਪਾਪ ਦਾ ਨਾਮ ਜੋ ਦਿੰਨੇ ਉਹ ਕਿਹਨੂੰ ਦਿੰਨੇ? ਜੋ ਦੁਨੀਆ ਦੇ ਵਿੱਚ ਮਾੜਾ ਕੰਮ ਹੋਵੇ। ਲੇਕਿਨ ਪਰਮਾਤਮਾ ਦੇ ਘਰ ਦੇ ਜੋ रूल है एक तरह से लगा लो ते जो ਅਸੀਂ ਵਾਹਿਗੁਰੂ ਦੇ ਹੁਕਮ ਤੇ ਬਾਹਰ ਹੋ ਗਏ ਤਾਂ वो सारे ही कर्म पाप है। भावे ਅਸੀਂ सदोगुणी हट तो ही विचर रहे हैं, भावे ਅਸੀਂ रजोते हैं तमोते हैं सतोते हैं जिससे भी है, लेकिन ਅਸੀਂ मालिक दे हुक्म च नहीं है तो वो सारा कुछ पाप है। फिर अगे बताने कहने भरिए मत पापा के संगी ओध होवे ना होवे। फिर कहने वो जो सानू मैल लग जाती है त्रै गुणा दी वो नाम दे राही धोई जाती है। फिर नाम दे राही गुरमंत्र दे राही दृढ़ा के उन्हें साफ कर लेना हुंदा है, नाम नू सुन सुन के उस मैल नू। फिर साड़ा मन सुन दे विच जाके जब नाम नू सुनूगा ते उस थान नू अमृतसर दा नाम दिया है, उत्थे जाके साड़ा मन स्नान करूगा और स्नान करके सच्चा सुच्चा हो जाऊगा जब मालिक के घर सन्मुख होगा और उत्थे जाके अमृत रस पीऊगा। वो अवस्था है साढ़े आप दे अंदर दी। इनू बड़ी ही सहजता के साथ समझना है। जिवें कि कुछ समय तक सानू अमृत रस कभी कभी आ जाता है और कभी कभी अमृत रस बंद हो जाता है। उदी की वजह है कि अमृत रस तो कंटिन्यू चल रहा है, क्योंकि मालिक दे घर दी जो क्रिया है वो लगातार चल रही है, वो बंद नहीं है। मालिक दा खजाना जो है वो जैसे कि अनहद बाणी लगातार चल रही है। जब वो अनहद बाणी है उदा एंड ते शुरुआत का कुछ नहीं पता, बस वो चल रही है। ते उदे साथ सानू बता दिया कि जो शब्द है शब्द ही अनहद बाणी है। तो जिवें सानू बताया ने छिम छिम बरसे अमृत धारा मन पीवे सुर शब्द विचारा। ते अमृत की वर्खा भी लगातार हो रही है, लेकिन हो किथे रही है? ब्रह्म दे विच, सुन दे विच, जिथे मालिक आप बैठा है। ते जिवें साड़ी सुरती उस थां तो जाती है ते अमृत रस पी लैंदी है, जिवें उत्थे ते उठ जाती है ते त्रै गुणा दे विच आ जाती है ते फिर इहनूं सजा मिलदी है, फिक्का मुंह हो जाता है, फिर इहनूं अमृत रस नहीं मिलता, फिर इहदे हिस्से दा अमृत रस वो पंज लै लैंदे हैं। जिवें गुरबाणी गुरु दे विच सानू समझाना करा कहने इस देही में पंच चोर बसै काम क्रोध लोभ मोह अहंकारा अमृत लूटै मनुख नहीं पूछै कोई ना सुने पुकारा। ते वो साढ़े अमृत रस नूं लूट लैंदे हैं। ਹੁਣ ਆਪਾਂ ਨੂੰ ਕੀ ਕਰਨਾ ਹੁੰਦਾ ਹੈ ਕਿ ਉਹਨਾਂ ਦੇ ਸਾਥ ਆਪਾਂ ਨੂੰ ਬਹੁਤ ਹੀ ਸਹਿਜਤਾ ਦੇ ਸਾਥ ਔਰ ਗੁਰਮਤਿ ਦੇ ਗਿਆਨ ਨੂੰ ਲੈਂਦੇ ਹੋਏ ਮਾਲਿਕ ਦੇ ਪ੍ਰੇਮ ਨੂੰ ਲੈਂਦੇ ਹੋਏ ਸਾਨੂੰ ਉਹਨਾਂ ਦੇ ਸਾਥ ਖੇਲਣਾ ਹੁੰਦਾ ਹੈ। क्योंकि खेल दे विच तां आपां आएंगे जब तक कि सानू स्वासा रूपी मालिक ने खजाना दिया होया है, तब तक सानू भवसागर दे विच उतरना पड़ूगा। लेकिन असी भवसागर दे विच हुक्म दे विच रह के जब उतरेंगे तो फिर ये सानू कंट्रोल नहीं कर सकते। हुणे तो ये विच विच सानू आपां गुरमतਿ ज्ञान ले रहे हैं, लेकिन जब आपां भवसागर दे विच उतरदे हैं ते वाहिगुरु हुणे इतना ज्यादा अपना दृढ़ नहीं होया, अपना मन
ਨਾਮ ਨੂੰ ਸੁਣ ਸੁਣ ਕੇ ਉਹਦੇ ਰਾਹੀਂ ਇਤਨਾ ਪ੍ਰੇਮ ਕਰ ਲੈਵੇ, ਇਤਨਾ ਪ੍ਰੇਮ ਕਰ ਲੈਵੇ ਕਿ ਜब भवसागर ਚ ਵੀ ਉਤਰੇ ਨਾ ਤਾਂ ਹੁਕਮ ਚ ਹੀ ਰਹੇ। जब वह हुक्म च रह के खेलूगा ਤੇ ਇਹਨੂੰ ਮੈਲ ਨਹੀਂ ਲੱਗਦੀ ਤੇ ਫੇਰ ਇਹ ਸਹਿਜ ਸੁਭਾਈ ਥਿਰਗਰ ਦੇ ਵਿੱਚ ਵਾਸਾ ਪਾ ਲੈਂਦਾ ਹੈ। ਜਦ ਥਿਰਗਰ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਸੁਰਤੀ ਨਾਮ ਨੂੰ ਸੁਣਦੀ ਹੈ, ਨਾਮ ਨੂੰ ਸੁਣ ਕੇ ਨਾਮ ਹੀ ਸ਼ਬਦ ਹੈ, ਫਿਰ ਉੱਥੇ ਜਾ ਕੇ ਅੰਮ੍ਰਿਤ ਰਸ ਪੀਂਦੀ ਹੈ। और अगर साड़ा मन इतना ज्यादा मालिक ਨੂੰ ਪ੍ਰੇਮ ਕਰ ਕਰਕੇ इतना ज्यादा ਹੁਕਮ ਦੇ ਵਿੱਚ ਰਹਿਣਾ ਸਿੱਖ ਗਿਆ ਤੇ ਫਿਰ ਆਪਾਂ ਭਵਸਾਗਰ ਦੇ ਵਿੱਚ ਜਦ ਆਪਾਂ ਖੇਲेंगे ਸਾੜੀ ਸੁਰਤੀ ਬ੍ਰਹਮ ਦੇ ਵਿੱਚ ਤੇ ਅੰਮ੍ਰਿਤ ਫੇਰ ਵੀ ਪੀਂਦੀ ਰਹੂਗੀ। मालिक ਦੀ ਦਾਤ, ਉਹ ਮਾਲਿਕ ਦਾ ਖਜ਼ਾਨਾ ਸਾਡੇ ਲਈ ਖੋਲ ਦਿया ਜਾਊਗਾ। वो ਆਪਾਂ खेलेंगे भी ना दुनिया ਦੇ ਵਿੱਚ ਕੰਮਕਾਜ ਵੀ करेंगे ਹੁਕਮ ਚ ਰਹਿ ਕੇ। ਤੇ ਹੁਕਮ ਕੀ ਹੈ? शब्द शब्दां ਦੇ ਸਾਥ ਕੀ ਹੋ ਰਹੀ ਹੈ? ਅੰਮ੍ਰਿਤ ਦੀ ਵਰਖਾ। ਤੇ ਅਸੀਂ ਸ਼ਬਦ ਸੁਣ ਰਹੇ ਹਾਂ ਤੇ ਸਾਡੀ ਸੁਰਤੀ 10ਵੇਂ द्वार ਦੇ ਵਿੱਚ ਬੈਠੀ ਹੈ ਔਰ ਸਾਡੀ ਸੁਰਤੀ ਅੰਮ੍ਰਿਤ ਰਸ ਮਾਲਿਕ ਦੇ ਘਰ ਦੀ ਜੋ ਖੁਰਾਕ ਹੈ ਸਾਡੇ ਮਨ ਦੀ ਉਹਨੂੰ ਪੀਂਦੀ ਰਹੂਗੀ ਔਰ ਸਦਾ ਲਈ ਆਨੰਦ ਹੋ ਜਾਊਗਾ। ਫਿਰ ਇਹ ਖੇਲ ਹੋ ਜਾਊਗਾ ਬਹੁਤ ਹੀ ਸੌਖਾ। ਜਿਵੇਂ ਸਾਨੂੰ ਤਾਂ ਹੁਣੇ ਹਾਰਡ ਲੱਗਦਾ ਹੈ, ਸਾਨੂੰ ਲੱਗਦਾ ਵਾਹਿਗੁਰੂ, ਸਾਨੂੰ ਧਿਆਨ ਨਹੀਂ ਲਗਾਉਣਾ ਆਉਂਦਾ, ਅਸੀਂ ਨਾਮ ਦੇ ਵਿੱਚ ਧਿਆਨ ਲਾਏ ਜਾਂ ਸੁਣ ਦੇ ਵਿੱਚ। ਤੇ ਇਹ ਚੀਜ਼ ਨੂੰ ਸਮਝ ਲੈਣਾ ਹੈ। ਸੁਣ ਇੱਕ ਅੰਦਰ ਦੀ ਹੋ ਗਈ, ਇੱਕ ਬਾਹਰ ਦੀ ਹੋ ਗਈ। ਅੰਦਰ ਬਾਹਰ ਦੀ ਕਿਉਂ ਹੈ? ਕਿਉਂਕਿ ਵਿੱਚ ਦੇ ਵਿੱਚ ਬੋਡੀ ਖੜੀ ਹੈ। ਜਿੱਥੇ ਜਾ ਕੇ ਬੋਡੀ ਖਤਮ ਹੋ ਗਈ ਤੇ ਇੱਕ ਹੀ ਹੋ ਗਿਆ। जब एक हो गया तो मालिक दो थोड़ी है, मालिक दे मुख की आवाज दो थोड़ी है, मालिक एक है, मालिक दे मुख की आवाज भी ਉਹਦੀ ਹੀ ਆਵਾਜ਼ ਹੈ, ਇੱਕ ਹੈ। ਉਹ ਭਾਵੇਂ ਉਹ ਅਸੰਖਾ ਦੇ ਰੂਪ ਦੇ ਵਿੱਚ ਨਾਦ ਵੱਜ ਰਹੇ ਹੈ ਲੇਕਿਨ ਉਹ ਮਾਲਿਕ ਦੇ ਘਰ ਤੇ ਜੋ ਚੱਲ ਰਹੀ ਹੈ ਉਹ ਦੋ ਨਹੀਂ ਹੋ ਸਕਦੀਆਂ, ਉਹ ਮਾਲਿਕ ਦੇ ਘਰ ਤੇ ਇੱਕ ਹੀ ਹੈ। ਤੇ ਫਿਰ ਉਸ ਜਗ੍ਹਾ ਤੋਂ ਸਾਨੂੰ ਆਸਨ ਲਾਣਾ ਹੁੰਦਾ ਹੈ, ਉੱਥੇ ਜਾ ਕੇ ਸਾਡੀ ਸੁਰਤੀ ਆਨੰਦ ਮਿਲਦੀ ਹੈ। ਤੇ ਆ ਆਨੰਦ ਕਬ ਹੁਣੇ ਆਪਾਂ ਨੂੰ ਸਾਡੀ ਅਵਸਥਾ ਨੂੰ ਦੇਖ ਲੈਣਾ ਹੈ ਕਿ ਸਾਨੂੰ ਹਾਂਜੀ ਵਾਹਿਗੁਰੂ। ਅੱਜ ਫੇਰ ਆਣ ਜਿਵੇਂ ਕਥਾ। ਹਾਂਜੀ वाहिगुरु जी का खालसा वाहिगुरु जी की फतेह। हाँ जी गुरु को आवाज साफ आ रही है जी? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ, ਜਦੋਂ ਤੁਸੀਂ ਕਾਲ ਜੁਆਇਨ ਕਰ ਰਹੇ ਹੋ, ਆਪ ਜੀ ਨੂੰ ਬਾਰ-ਬਾਰ ਬੇਨਤੀ ਆ, ਵਾਹਿਗੁਰੂ ਜੀ ਪਲੀਜ਼ ਤੁਸੀਂ ਚੁੱਪ ਰਹਿ ਕੇ ਹੀ ਕਾਲ ਜੁਆਇਨ ਕਰੋ, ਕਿਉਂਕਿ ਗੁਰਮੁਖ ਫਿਰ ਉਹਨਾਂ ਦੀ ਵਿਰਤੀ ਜੋ ਹੈ ਉਹ ਡਿਸਟਰਬ ਹੁੰਦੀ ਹੈ। ਆਪ ਜੀ ਨੂੰ ਬਾਰ-ਬਾਰ ਬੇਨਤੀ ਆ, ਵਾਹਿਗੁਰੂ ਜੀ ਪਲੀਜ਼ ਮਿਊਟ ਤੇ ਰਹੋ, ਅਨਮਿਊਟ ਨਾ ਹੋ। ਹਾਂਜੀ ਗੁਰਮੁਖ ਪਿਆਰਿਓ, ਤੁਹਾਡੀ ਆਵਾਜ਼ ਆ ਰਹੀ ਆ। ਹਾਂਜੀ, ਵਾਹਿਗੁਰੂ ਕਰੋ ਜੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ वाहिगुरु जी ਫਤਿਹ। की ਤੇ ਵਾਹਿਗੁਰੂ ਫਿਰ ਆਪਾਂ ਨੂੰ ਉਸ ਸੁਨ ਦੇ ਵਿੱਚ ਆਸਨ ਲਾ ਕੇ ਔਰ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਘਰ ਤੇ ਜੋ ਸਾਨੂੰ ਖਜ਼ਾਨਾ ਮਿਲ ਰਿਹਾ ਹੈ ਉਹਦਾ ਆਨੰਦ ਲੈਣਾ ਹੁੰਦਾ ਹੈ। ਤੇ ਹੁਣ ਸਾਨੂੰ ਦੇਖ ਲੈਣਾ ਹੈ ਕਿ ਵਾਹਿਗੁਰੂ ਅਸੀਂ ਕੌਣ ਸੀ ਥਾਂ ਤੋਂ ਬੈਠੇ ਹਾਂ। ਹੁਣ ਲਗਭਗ ਸਾਡਾ ਆਈਡੀਆ ਹੈ ਕਿ ਆ ਕੁਐਸਚਨ ਸ਼ਾਇਦ ਕਲੀਅਰ ਹੋ ਹੀ ਗਿਆ ਹੋਊਗਾ ਕਿ ਆਸਨ ਕਿੱਥੇ ਲਾਣਾ ਹੈ। ਦਿਨ ਦੇ ਸਮੇਂ ਦੇ ਵਿੱਚ ਘੱਟ ਦ੍ਰਿਸ਼ਟੀ ਕਰਕੇ ਹੀ ਸਾਨੂੰ ਵਿਚਰਨਾ ਹੈ, ਜ਼ਿਆਦਾ ਤੋਂ ਜ਼ਿਆਦਾ ਸਮਾਂ। ਹੁਣੇ ਤਾਂ ਭਾਵੇਂ ਸ਼ੁਰੂਆਤ ਹੈ ਤੇ ਇੰਨੀ ਜਲਦੀ ਅੱਖ ਨਹੀਂ ਬਣ ਪਾਣੇ ਦੀ, ਲੇਕਿਨ ਸਾਨੇ ਇਸ ਵਿਸ਼ੇ ਬੜੀ ਹੀ ਅੱਛੀ ਤਰੀਕੇ ਨਾਲ ਆਪਾਂ ਕਰਦੇ ਹਾਂ ਇਹਨੂੰ ਕਲੀਅਰ। ਜਿਵੇਂ ਕਿ ਤੁਹਾਨੂੰ ਦੇਖਾ ਹੋਊਗਾ ਆਪਾਂ ਕਿਸੇ ਦੇ ਸਾਥ ਵਿਚਾਰ ਕਰ ਰਹੇ ਹਾਂ ਔਰ ਵਿਚਾਰ ਕਰਦੇ ਕਰਦੇ ਅਗਲੇ ਦੀ ਨਿਗਾਹ ਮਤਲਬ ਦ੍ਰਿਸ਼ਟੀ ਵੀ ਥੰਮ ਜਾਂਦੀ ਹੈ ਔਰ ਕਈ ਵਾਰ ਉਹਦਾ ਮੂੰਹ ਵੀ ਖੁੱਲਾ ਰਹਿ ਜਾਂਦਾ ਔਰ ਉਹ ਪਤਾ ਨਹੀਂ ਕਿੱਥੇ ਦੇਖ ਰਿਹਾ ਹੁੰਦਾ ਹੈ। ਤੇ ਆਪਾਂ ਫਿਰ ਉਹਦੇ ਹੱਥ ਮਾਰ ਕੇ ਕਹਿੰਦੇ ਵੀ ਤੈਨੂੰ ਮੇਰੀ ਆਵਾਜ਼ ਨਹੀਂ ਸੁਣੀ, ਮੈਂ ਤੇ ਬੋਲ ਰਿਹਾ। ਤੇ ਉਹ ਕਹਿੰਦੇ ਜੀ ਮੇਰਾ ਧਿਆਨ ਕਿਤੇ ਹੋਰ ਥਾ। ਆਪਾਂ ਨੇ ਯਾ ਪ੍ਰੈਕਟੀਕਲ ਸਾਰਿਆਂ ਨੇ ਹੀ ਦੇਖਾ ਹੀ ਹੋਊਗਾ ਜ਼ਿਆਦਾਤਰ। ਤਾਂ ਉਹ ਕੀ ਹੁੰਦਾ ਹੈ, ਉਹ ਵਾਹਿਗੁਰੂ ਧਿਆਨ ਬੋਡੀ ਤੋਂ ਵੱਖ ਹੋ ਜਾਂਦਾ ਹੈ ਔਰ ਬੋਡੀ ਤੋਂ ਧਿਆਨ ਵੱਖ ਹੁੰਦਾ ਹੈ तो नेत्र जो साड़ी अखा दी जो डायरेक्शन है, जो एक्टिविटी है वो टिक जाती है, ਉਹਦੇ ਵਿੱਚ ਪਲਕਾਂ ਨਹੀਂ ਲੱਗਦੀਆਂ। वो बस जिथे थम गई, जिथे वो एक बार थम गई वो थमी रहती है थोड़ी देर। क्यों? क्योंकि मन सुरत रूप होकर शरीर ਨੂੰ ਛੁੱਟ ਗਿਆ। इसी तरीके ते जे साढ़े मन शरीर ਨੂੰ नहीं ਛੁੱਟਦਾ, शरीर ਤੋਂ ਵੱਖ नहीं ਹੁੰਦਾ, तो ਅਸੀਂ ਮਾਲਿਕ ਦੇ ਦਰਸ਼ਨ नहीं कर सकते। ਜਿਵੇਂ ਹੁਣ ਆਪਾਂ ਬੋਡੀ 'ਚ ਬੈਠੇ ਹਾਂ, ਲੇਕਿਨ ਜਬ ਸਾਨੇ ਹਾਂ ਇੱਕ ਚੀਜ਼ ਹੁੰਦੀ ਹੈ ਕਿ ਦੋਨਾਂ ਤਰਫ ਦੀ ਵੀ ਜਾਗ ਹੋ ਜਾਂਦੀ ਹੈ। ਭਾਵੇਂ ਆਪਾਂ ਨੂੰ ਆਪਣੀ ਬੋਡੀ ਵੀ ਦਿਖਾਈ ਦੂਗੀ ਔਰ ਆਪਾਂ ਨੂੰ ਮਾਲਿਕ ਦੇ ਦਰਸ਼ਨ ਵੀ ਹੋਣਗੇ, ਲੇਕਿਨ ਅਸੀਂ ਉਸ ਟਾਈਮ ਸੁੰਨ 'ਚ ਹੋਏਗੇ, ਬੋਡੀ ਦੇ ਵਿੱਚ ਅਸੀਂ ਨਹੀਂ ਹੁੰਦੇ। ਸਾਡੀ ਸੁਰਤੀ ਜਾਂ ਤਾਂ ਸਤਰ ਦੇ, ਇਹ ਬਹੁਤ ਹੀ ਗਹਿਰਾਈ ਦੇ ਵਿਚਾਰ ਹੋ ਰਹੇ ਵਾਹਿਗੁਰੂ ਉਹਨਾਂ ਨੂੰ ਬੜੀ ਹੀ ਪਿਆਰ ਦੇ ਨਾਲ ਸਮਝਣੇ ਦੀ ਕੋਸ਼ਿਸ਼ ਕਰਨੀ ਹੈ। ਜਿਨ੍ਹਾਂ ਗੁਰਮੁਖਾਂ ਨੂੰ ਮਾਲਿਕ ਦੇ ਦਰਸ਼ਨ ਹੋ ਗਏ ਉਹਨਾਂ ਦੇ ਲਈ ਇਹ ਬਹੁਤ ਹੀ ਇੰਪੋਰਟੈਂਟ ਵਿਚਾਰ ਹੈ।
ਔਰ ਜਿਨ ਗੁਰਮੁਖਾਂ ਜੋ ਨਈ ਸੰਗਤ ਜੁੜੀ ਹੈ ਉਹਨਾਂ ਨੂੰ ਵੀ ਇਹ ਅੱਗੇ ਚੱਲ ਕੇ ਬਹੁਤ ਹੀ ਖਾਸ ਕਰ ਬਹੁਤ ਹੀ ਹੈਲਪਫੁਲ ਬਣेंगे। ਤੇ ਹੁਣੇ ਉਹਨਾਂ ਨੂੰ ਕਲਪਨਾ ਨਹੀਂ ਕਰਨੀ, ਜੋ ਨਵੀਂ ਸੰਗਤ ਜੁੜੀ ਹੈ ਉਹਨਾਂ ਨੂੰ ਕਲਪਨਾ ਨਹੀਂ ਕਰਨੀ, ਉਹਨਾਂ ਨੇ ਜੋ ਆਪਾਂ ਨੇ ਪਹਿਲੇ ਵਿਚਾਰ ਕਰੇ ਉਹਨਾਂ ਦੇ ਲਈ वो इम्पोर्टेंट है। ये भी है लेकिन ये अवस्था के अनुसार। ਤੇ ਜੋ ਸਾਡੀ ਸੁਰਤੀ ਹੈ वो ਸਰ ਦੇ ਬਲ ਅੱਖਾਂ ਦੇ ਰਾਹੀਂ ਨਿਕਲੀ, ਸਮਦ੍ਰਿਸ਼ਟ ਹੋਈ, ਜਿਵੇਂ ਬਾਣੀ ਦੇ ਵਿੱਚ ਬਤਾਇਆ ਚੰਦ ਸੂਰਜ ਦੋਇ ਸਮ ਕਰ ਰੱਖੋ ਬ੍ਰਹਮ ਜੋਤ ਰਲ ਜਾਓਗੇ। ਸੁਨ ਦੇ ਵਿੱਚ ਗਈ, ਚੰਦ ਸੂਰਜ ਅੱਖਾਂ ਨੂੰ ਆਪਾਂ ਨੂੰ ਬੋਲਾ ਗਿਆ ਹੈ, ਇਹਨਾਂ ਦੀ ਦ੍ਰਿਸ਼ਟੀ ਸਮ ਹੋਈ। ਸਮ ਕਬ ਹੋਈ? ਜਬ ਸਾਡੀਆਂ ਸਵਾਸਾਂ ਸਮ ਹੋਈਆਂ। ਪਹਿਲੇ ਗੁਰਮੰਤਰ ਨੂੰ ਦ੍ਰਿੜਾ ਕੇ ਸਾਡੀਆਂ ਸਵਾਸਾਂ ਸਮ ਹੋਈਆਂ, ਸਵਾਸਾਂ ਸਮ ਹੋने के बाद साड़ी दृष्टि सम हुई, क्योंकि जब श्वासा सम होइयां तब ही मन जब खब्बे पासे चले जाता सज्जे पासे चले जाता वो थिर होगा। जब श्वासा सम होइयां, जब श्वासा सम होइयां ते सहज सुभाई अखा दे विच ते वो जोत निकल के और एक दृष्ट हो जाऊगी, वो बाहर जाके एक हो जाऊगी, क्योंकि मन की जोत एक ही है, डिवाइड हुई हुई दोनों अखा च। जब वो सुन दे विच जाके आसन ला लूगी, जिन्हों त्रिकुटी भी बोला गया है, 10वां द्वार भी बोला गया है, थिर घर भी बोला गया है, उत्थे जाके आसन ला लूगी ते फिर उत्थे मालिक ने उन्होंने नाम दे राही जगाना है। नाम दे राही, ऐसे नहीं, नाम दे राही जाग होनी है। जब वो नाम दे राही, सारा रोल किथे होता है? केवल और केवल गुरमंत्र दृढ़ाना और नाम नु सुनना। उस तो बाद नाम नु सुन के नाम खुद साड़ी सुरती नु साड़ी मन नु सुन दे विच ले जाओ, क्योंकि वो बॉडी तो वख कर दो। जिवें सानू बाणी दे विच समझाना करा कहने एहो शरीर सब मूल है माया, या माया है। जब तक साड़ा संपर्क पाउण दे साथ चलदा रहिंदा है ना, नक दे रही जांदी है पाउण, एदे साथ संपर्क बना रहूगा, तब तक असी नाम दे सन्मुख मतलब नाम सानू भावें शरीर दे विच रह के सुन रहा है, लेकिन जब तक साड़ा संपर्क साड़ा मन ना पाउण दे साथ संपर्क नहीं तोड़दा, तब तक साड़ा संपर्क लोक दा गुरु पवन, परलोक दा गुरु शब्द, ते शब्द गुरु दे साथ साड़ा संपर्क नहीं हो सकता। जब साड़ी पाउण दे साथ संपर्क टूटूगा, सुन दे विच जाऊगा, नाम दे साथ संपर्क हो जाऊगा। जैसे ही नाम दे साथ संपर्क होगा, शरीर तो वख हो जाऊगा। ये थोड़ा सूक्ष्म ज्ञान है अंदर दा। जैसे ही नाम दे साथ संपर्क होगा, बॉडी दा सानू पता नहीं रहना, ठीक है। ज्ञान इंद्रिया, कर्म इंद्रिया, आत्मा दा रोल रह जाऊगा, शरीर दे विच आत्मा रहिंदी है, सारा कुछ उहदा रोल रह जाऊगा। मन सुरत रूप होके उठ जाऊगा, और जब उठे ते उठ जाऊगा ते नाम नु सुनूगा, और जब नाम नु सुनूगा ते नाम दी अपनी एक डायरेक्शन होंदी है। उन्होंने शब्द गुरु ने, नाम ने, हुक्म ने मालिक दे ही सन्मुख करना है। वो सन्मुख कब करना है? जब मालिक आप चाहेंगे। ਅਸੀਂ ਉੱਥੇ खुद नहीं जा सकते, साने दा बस आसन लाना हुंदा है। जाना है बॉडी तो वख, मतलब ऐसे बैठ जाना, रिलैक्स हो गए एकदम, नाम ਨੂੰ सुनते 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 सुनते। जे ਅਸੀਂ सहज जा रहे ना, तो फिर दोबारा आके दोबारा कोशिश ना करो। जे अपनी सुरती नाम ਨੂੰ सुन के जान लगी, आनंद मनन लगी, सहज सुबाई शरीर तो वख हो रही है, तो उन्होंने जान तो ढीला छोड़ दो, रिलैक्स कर दो एकदम। जब अदर ते शरीर ते कॉन्टैक्ट टूटूगा ता उधर जाग होगी। फिर जिवें वो दोबारा शरीर च वापस आ जाती है, तो फिर दोबारा ते बहना, फिर सहज सुबाई उधर जाऊगी। जब सुन दे विच जागूगी ता उधर दा खेल देखोगी, ता मालिक दे सन्मुख होगी, ता उधर जाके नाम नु सुनोगी। खेल तब शुरू होना है जब आपां माया नु त्याग देंगे, माया ते भाव शरीर, ते फिर मालिक दी कृपा साडे ते होनी है। हुण गुरमंत्र हो गया, साडे शरीर दे विच आपां नाम सुन रहे हैं, या शरीर तो वख होने दी क्रिया है। खेल और मालिक दे नाम, मालिक दे दर्शन, शरीर तो वख, माया तो वख हो गए, पाउण ते वख हो गए, ता मालिक दे दर्शन होएंगे सानू। ते छेती जे साड़ा मन जा रहा है उधर, सुन दे विच छेती ते छेती जा रहा है, ते सोचो अकाल पुरख जी दी बहुत ही कृपा है, और मालिक सहज सुभाई सानू उधर अपने आप ही जगा लेंगे, ते फिर असी अकाल पुरख जी दे सन्मुख हो जाएंगे। हुण साने देखना है कि भी सारे नाम की सेवा करनी है, क्योंकि वाहिगुरु या बहुत नॉर्मली छोटा सा खेल नहीं हैगा। आप खुद ही आइडिया लगाओ, आप किहदे सन्मुख होना चाह रहे हैं? जिन्हें सारी दुनिया नू बनाया है, एक अकाल पुरख परमात्मा, ते उहदे लई आपां नू बहुत ही सहज दे विच रहना पड़ूगा, बहुत ही ज्यादा। और सुरत दे राही अपने
ਪ੍ਰੇਮ ਕਰਨਾ ਪੜੂਗਾ ਉਹਨੂੰ, ਕਿਉਂਕਿ ਜਦ ਆਪਾਂ ਪ੍ਰੇਮ ਦੇ ਵਿਚਾਰਾਂ ਦੇ ਵਿੱਚ ਆਨੇ ਹੈ ਨਾ, ਸਦੋ ਕੁੜੀ ਹੱਟ ਤੋਂ ਵਿਚਰਦੇ हैं, प्रेम ਦੇ ਰਾਹੀਂ ਰਹਿੰਦੇ हैं, ਤੇ ਆਪਣੇ ਜੋ ਬੋਡੀ ਦੀ ਜੋ ਐਕਟੀਵਿਟੀਆਂ ਹੈ ਨਾ ਉਹ ਵੀ ਬਹੁਤ ਸਹਿਜ ਦੇ ਵਿੱਚ ਰਹਿਦੀਆਂ। ਜਿਵੇਂ ਅਸੀਂ ਰਜੋ ਤਮੋ ਤੇ ਜਾएंगे ਨਾ, ਸਾਡੀ ਬੋਡੀ ਵੀ ਐਸੀ ਹੋ ਜੂਗੀ एकदम फटाफट एकदम बहुत ही ਜ਼ਿਆਦਾ ਹਾਈ ਫਾਈ ਵਾਲੀ ਐਕਟੀਵਿਟੀਆਂ ਕਰੋਗੇ। ਔਰ ਜਿਵੇਂ ਆਪਾਂ ਪ੍ਰੇਮ ਦੇ ਰਾਹੀਂ ਵਿਚਰਾਂਗੇ ਤੇ ਸਹਿਜ ਬਣੂਗਾ। ਜਿਵੇਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸਾਨੂੰ ਸਮਝਾਇਆ ਗਿਆ ਹੈ, ਉਹ ਹੈ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। परमात्मा ਨੂੰ कैसे पाया गया? सहज सुभाई सहज सेती। मालिक ਦੇ ਸਨਮੁਖ ਆਪਾਂ ਸਹਿਜ ਦੇ ਰਾਹੀਂ ਹੋਣਗੇ, ਹੈਨਾ। ਤੇ ਇਹ ਵਰਤੀਆਂ ਨੂੰ ਸਾਨੂੰ ਸਮਝਣਾ ਹੈ ਔਰ ਮਾਲਿਕ ਨੂੰ ਅਕਾਲ ਪੁਰਖ ਜੀ ਨੂੰ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਅਸੀਂ ਸਹਿਜ ਦੇ ਵਿੱਚ ਵਿਚਰਨਾ ਸਿੱਖ ਜਾਵੇਂ। ਸਹਿਜ ਤੋਂ ਭਾਵ ਹੈ ਜੋ ਆਪਾਂ ਨੇ ਅੱਜ ਵਿਚਾਰ ਕਰੀਏ ਨਾ ਕਿ ਵੀ ਘਟ ਦ੍ਰਿਸ਼ਟ ਹੋ ਕੇ ਹੀ ਜ਼ਿਆਦਾ ਤੋਂ ਜ਼ਿਆਦਾ ਸਮੇਂ ਸਾਨੂੰ ਵਿਚਰਨਾ ਹੈ, तो वाहिगुरु बहुत ही ज्यादा साढ़े लिए हेल्प मिल जाऊगी सानू इस तरीके की। लेकिन यह बिच छुड़ना नहीं है, या नहीं है कि बस 1 घंटा विचर लिए फिर छुट गया, नहीं, साने का कम ही इस विषय तो करना है ना। तो ज्यादा जो भी ਆਪਾਂ ਚਲੋ ठीक है कोई इंपोर्टेंट ਆਪਾਂ पढ़ाई ਦਾ लिखाई ਦਾ या कुछ और कुछ इंपोर्टेंट ऐसा कोई काम कर रहे हैं तो थोड़े नेत्र खोल लो, है ना। लेकिन ज्यादा समय जो साने रहना है वो ऐसे ही घट दृष्टि प्यार वाली अख बना के रहना है। जब आप प्यार वाली अख बना के रहेंगे ना तो सहज सुभाई ना अंदर आनंद ही आनंद रहूगा, सहज रहूगा सहज। तो सहज ਦੇ ਨਾਲ ਹੀ ਅਸੀਂ ਨਾਮ ਚ ਸਮਾ ਜਾएंगे, ਕਹਿੰਦੇ ਸਹਿਜੇ ਹੀ ਹਰ ਨਾਮ ਸਮਾਏ। ਤੇ ਸਹਿਜ ਸੁਭਾਈ ਸਾਡੀ ਸੁਰਤੀ ਨਾਮ ਦੇ ਵਿੱਚ ਸਮਾ ਜੂਗੀ। ਇਹ ਬਰੀਕੀਆਂ ਹੈ, ਠੀਕ ਹੈ ਜੀ। ਤੇ ਆਓ ਗੁਰਮੁਖੋ ਸਾਰੇ ਹੀ ਆਪਣੇ ਮਨ ਦੀ ਇਕਾਗਰਤਾ ਨੂੰ ਬਣਾਉਂਦੇ ਹੋਏ ਆਪਾਂ ਗੁਰਮੰਤਰ ਨੂੰ ਦ੍ਰਿੜਾਨੇ ਹੈ ਔਰ ਅਕਾਲ ਪੁਰਖ ਪ੍ਰਮਾਤਮਾ ਜੀ ਨੂੰ ਬਹੁਤ ਹੀ ਸਤਿਕਾਰਯੋਗ ਹੋ ਕੇ ਆਵਾਜ਼ ਲਗਾਣੀ ਹੈ ਔਰ ਸਿਮਰਨ ਕਰਦੇ ਹਾਂ ਆਪਾਂ ਸਾਰੇ ਹੀ, ਠੀਕ ਹੈ ਜੀ। ਕਰੋ ਸ਼ੁਰੂ ਜੀ ਗੁਰਮੁਖੋ। ਵਾਹਿਗੁਰੂ 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 ਵਾਹਿਗੁਰੂ